ਰੋਜ਼ਾਨਾ ਲੋਕਨਾਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। 26 ਜਨਵਰੀ ਨੂੰ ਦਿੱਲੀ ਦੇ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਸ਼ਾਇਦ ਸਰਕਾਰ ਸੋਚ ਰਹੀ ਹੋਵੇ ਕਿ ਅੰਦੋਲਨ ਖੁੰਡਾ ਹੋ ਗਿਆ, ਪਰ ਹੁਣ ਪਾਸਾ ਪਲਟਦਾ ਹੋਇਆ ਨਜ਼ਰ ਆ ਰਿਹਾ ਹੈ। ਇੱਕ ਵਾਰ ਫਿਰ ਤੋਂ ਕਿਸਾਨਾਂ ਦਾ ਪਲੜਾ ਭਾਰੀ ਜਾਪ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਫਿਰ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ। ਤਾਂ ਦੂਜੇ ਪਾਸੇ ਅੱਜ ਸੰਸਦ ਦੇ ਵਿੱਚ ਵੀ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਸਰਕਾਰ ਨੂੰ ਸੰਸਦ ਦੇ ਵਿੱਚ ਕਰਨਾ ਪਿਆ। ਤਾਂ ਪੁਲਿਸ ਬਲ ਵੀ ਜਿਹੜਾ ਹੈਗਾ, ਪੁਲਿਸ ਵੀ ਹੈਗੀ ਆ, ਉਹ ਕਿਸਾਨਾਂ ਦਾ ਹੁਣ ਸਪੋਰਟ ਕਰਦੀ ਹੋਈ ਨਜ਼ਰ ਆ ਰਹੀ ਹੈ। ਖਾਸ ਤੌਰ ਤੇ ਹੁਣ ਅੰਦੋਲਨ ਪਲਟਣ ਦੇ ਅੰਦੋਲਨ ਦੇ ਵਿੱਚ ਦੁਬਾਰਾ ਤੋਂ ਜਿਹੜਾ ਕਿਸਾਨਾਂ ਦੇ ਆਉਣ ਦੀ ਜਿਹੜੀ ਹੈਗੀ ਆ ਹੀਰੋ ਮੰਨੇ ਜਾ ਰਹੇ, ਉਹ ਰਾਕੇਸ਼ ਟਕੈਤ ਨੂੰ ਮੰਨਿਆ ਜਾ ਰਿਹਾ ਹੈ। ਕੱਲ੍ਹ ਉਹਨਾਂ ਦੀ ਅੱਖ 'ਚ ਜੋ ਹੰਝੂ ਵਗੇ, ਉਸ ਤੋਂ ਬਾਅਦ ਸਾਰੇ ਦਾ ਸਾਰਾ ਜਿਹੜਾ ਪਾਸਾ ਪਲਟ ਗਿਆ। ਪੂਰੀਆਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਡਾਕਟਰ ਭੀਮਿੰਦਰ ਜੀ। ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕਨਾਥ। ਸ਼ੁਕਰੀਆ ਸੁਖਵਿੰਦਰ ਜੀ, ਮਿਹਰਬਾਨੀ। ਡਾਕਟਰ ਸਾਹਿਬ, ਜਿਵੇਂ ਪਹਿਲਾਂ ਇਹ ਗੱਲ ਸੋਚ ਰਹੀ ਹੋਵੇ ਸਰਕਾਰ, ਬੇਸ਼ੱਕ ਜਿਹੜੀਆਂ ਘਟਨਾਵਾਂ ਹੋਈਆਂ ਸੀ 26 ਜਨਵਰੀ ਨੂੰ ਹਿੰਸਕ ਘਟਨਾਵਾਂ, ਬਹੁਤ ਸਾਰੇ ਲੋਕ ਉਹਨੂੰ ਮਾੜਾ ਵੀ ਮੰਨ ਰਹੇ ਸੀ, ਚਾਹੇ ਉਹ ਆਪਣੇ ਕਿਸਾਨ ਲੀਡਰ ਹੀ ਹੋਣ। ਤਾਂ ਲੋਕਾਂ ਨੇ ਸ਼ਾਇਦ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅੰਦੋਲਨ ਹੁਣ ਖੁੰਡਾ ਹੋ ਗਿਆ। ਤਾਂ ਦੁਬਾਰਾ ਪਾਸਾ ਪਲਟਦਾ ਹੋਇਆ ਨਜ਼ਰ ਆ ਰਿਹਾ। ਜੋ ਕੁਝ ਕੱਲ੍ਹ ਹੋਇਆ, ਤਾਂ ਜਿਸ ਤਰੀਕੇ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਦੁਬਾਰਾ ਤੋਂ ਲੋਕਾਂ ਦੀ ਸ਼ਮੂਲੀਅਤ ਹੁਣ ਉੱਥੇ ਅੱਗੇ ਨਾਲੋਂ ਵੀ ਜ਼ਿਆਦਾ ਹੋ ਰਹੀ ਹੈ। ਅੰਦੋਲਨ ਅੱਗੇ ਨਾਲੋਂ ਵੀ ਤਿੱਖਾ ਹੋ ਗਿਆ। ਸਰਕਾਰ ਲਈ ਜਿਹੜੀਆਂ ਮੁਸ਼ਕਲਾਂ ਹੋਰ ਜ਼ਿਆਦਾ ਵੱਧ ਗਈਆਂ। ਜੀ ਸੁਖਵਿੰਦਰ ਜੀ, ਜਦੋਂ ਤੁਸੀਂ ਇਸ ਤਰ੍ਹਾਂ ਦੇ ਅੰਦੋਲਨਾਂ ਦਾ ਇਤਿਹਾਸ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਲੰਬੇ ਅੰਦੋਲਨ ਹੁੰਦੇ ਨੇ, ਲਗਾਤਾਰ ਚੱਲਦੇ ਨੇ, ਔਰ ਇਹਦੇ ਵਿੱਚ ਅਪਸ ਐਂਡ ਡਾਊਨਸ ਜਿਹੜੇ ਨੇ ਉਹ ਅਕਸਰ ਆਉਂਦੇ ਰਹਿੰਦੇ ਨੇ। ਪਹਿਲਾਂ ਵੀ ਆਏ ਨੇ, ਹੁਣ ਵੀ ਆਉਣਗੇ, ਔਰ ਅੱਗੇ ਤੋਂ ਵੀ ਜਿਹੜੇ ਨੇ ਇਹ ਚੀਜ਼ ਜਾਰੀ ਰਹੇਗੀ। ਪਰ ਜਿਹੜੀ ਚੀਜ਼ ਆਪਾਂ ਸਮਝ ਰਹੇ ਹਾਂ, ਇਸ ਪਿਛਲੇ ਦਿਨਾਂ ਦਾ ਜਿਹੜਾ ਤੁਸੀਂ 26 ਜਨਵਰੀ ਦੀ ਘਟਨਾ ਦੀ ਗੱਲ ਕੀਤੀ ਹੈ, ਉਹਦੇ ਵਿੱਚ ਕੇਂਦਰ ਸਰਕਾਰ ਨੇ, ਮੋਦੀ ਦੀ ਸਰਕਾਰ ਨੇ ਜਾਣਬੁੱਝ ਕੇ ਇੱਕ ਸਕ੍ਰਿਪਟ ਲਿਖੀ ਗਈ ਔਰ ਉਸ ਸਕ੍ਰਿਪਟ ਦੇ ਮੁਤਾਬਕ ਇੱਕ ਚੱਕਰਵਿਊਹ ਵਲਣ ਦੀ ਕੋਸ਼ਿਸ਼ ਕੀਤੀ ਗਈ। ਪਰ ਤੁਸੀਂ ਕੱਲ੍ਹ ਵਾਲੀ ਘਟਨਾ ਜਿਹੜੀ ਰਾਕੇਸ਼ ਡਕੈਤ ਹੋਰਾਂ ਦੀ, ਮੇਰਾ ਉਹਨਾਂ ਨੂੰ ਸਲੂਟ ਕਰਨ ਨੂੰ ਦਿਲ ਕਰਦਾ ਹੈ ਕਿ ਉਹਨਾਂ ਨੇ ਐਸੇ ਹੰਝੂ ਵਹਾਏ, ਜਿਹੜੇ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਹੰਝੂਆਂ ਨੂੰ ਦਾ ਲੋਕਾਂ ਨੇ ਐਸਾ ਮੁੱਲ ਪਾਇਆ ਕਿ ਇਹ ਅੰਦੋਲਨ ਦੁਬਾਰਾ ਖੜਾ ਹੋਇਆ। ਔਰ ਲੋਕ ਰਾਤੋਂ ਰਾਤ ਤੁਸੀਂ ਦੇਖੋਗੇ ਕਿ ਯੂਪੀ ਦੇ ਹੋਣ ਚਾਹੇ ਹਰਿਆਣੇ ਦੇ ਹੋਣ, ਇੱਥੋਂ ਤੱਕ ਕਿ ਪੰਜਾਬ ਦੇ ਲੋਕ ਰਾਤੋਂ ਰਾਤ ਦਿੱਲੀ ਦੇ ਬਾਰਡਰਾਂ 'ਤੇ ਪਹੁੰਚੇ ਔਰ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਸੀਗਾ ਉਸ ਦੁਬਾਰਾ ਅੰਦੋਲਨ ਦੇ ਵਿੱਚ ਪਹਿਲਾਂ ਨਾਲੋਂ ਵੀ ਵੱਧ, ਜਿਹੜੀ ਗੱਲ ਸਮਝਣ ਵਾਲੀ ਹੈ ਕਿ ਪਹਿਲਾਂ ਜਿਹੜੀ ਸਰਕਾਰ ਸੋਚਦੀ ਸੀ ਕਿ ਸ਼ਾਇਦ ਇਸ ਨੂੰ ਪੁਲਿਸ ਲਾ ਕੇ, ਫੌਜ ਲਾ ਕੇ ਅਸੀਂ ਦਬਾ ਲਾਂਗੇ, ਉਹ ਦਬਣ ਦੀ ਬਜਾਏ ਕਈ ਗੁਣਾ ਜ਼ਿਆਦਾ ਜਿਹੜੇ ਸੀਗੇ ਲੋਕ ਇਕੱਠੇ ਹੋ ਰਹੇ ਨੇ। ਔਰ ਇਕੱਲੇ ਹੁਣ ਇਸ ਵੇਲੇ ਤੁਸੀਂ ਪੰਜਾਬ ਦੇ ਜਾਂ ਹਰਿਆਣੇ ਦੇ ਜਾਂ ਯੂਪੀ ਦੇ ਗੱਲ ਨਹੀਂ, ਮੈਨੂੰ ਲੱਗਦਾ ਕਿ ਜਿਹੜੀਆਂ ਮਹਾਰਾਸ਼ਟਰ ਜਾਂ ਬੰਗਾਲ ਜਾਂ ਈਵਨ ਇੱਥੋਂ ਤੱਕ ਕਿ ਜਿਹੜੀਆਂ ਦੱਖਣ ਦੀਆਂ ਨੇ, ਸਾਊਥ ਦੇ ਜਿਹੜੇ ਕਿਸਾਨ ਨੇ, ਉਹ ਵੀ ਆਉਣੇ ਸ਼ੁਰੂ ਹੋਣਗੇ। ਔਰ ਇਹ ਜਿਹੜਾ ਕਿਸਾਨ ਅੰਦੋਲਨ ਹੈ, ਇਹ ਆਖਰੀ ਕਿੱਲ ਜਿਹੜਾ ਹੈਗਾ ਬੀਜੇਪੀ ਦੀ ਕੁਰਸੀ ਦੇ ਵਿੱਚ ਇਹ ਸਾਬਤ ਹੋਏਗਾ। ਔਰ ਮੈਨੂੰ ਲੱਗਦਾ ਕਿ ਮੋਦੀ ਸਰਕਾਰ ਬਹੁਤਾ ਲੰਮਾ ਸਮਾਂ ਮੈਨੂੰ ਕੱਟਦੀ ਨਜ਼ਰ ਨਹੀਂ ਆਉਣੀ, ਕਿਉਂਕਿ ਤੁਸੀਂ ਦੇਖੋਗੇ ਕਿ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਉਹ JJP ਵਾਲੇ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਖੜੇ ਨੇ। ਜੇ ਰਾਕੇਸ਼ ਟਕੈਤ ਦੀ ਉਹਨਾਂ ਨੇ ਹੁਣੇ ਹਮਾਇਤ ਕੀਤੀ, ਉਹਨਾਂ ਨੇ ਕਿਹਾ ਕਿ ਮਹਿੰਦਰ ਸਿੰਘ ਟਕੈਤ ਦਾ ਇਹਨਾਂ ਦੀ ਰਗਾ ਦੇ ਵਿੱਚ ਖੂਨ ਹੈ, ਝੁਕ ਨਹੀਂ ਸਕਦੇ। ਤਾਂ ਇਹ ਖਾਸ ਇਸ ਲਈ ਮੰਨਿਆ ਜਾ ਰਿਹਾ ਕਿਉਂਕਿ JJP ਜਿਹੜੀ ਹੈਗੀ ਆ, ਆਪਣੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਚੇਤੇ ਕਰਵਾ ਦਿੰਦੇ ਆ, ਜਿਹੜੀ JJP ਆ ਉਹ BJP ਸਰਕਾਰ ਦੇ ਵਿੱਚ ਭਾਈਵਾਲ ਆ ਹਰਿਆਣੇ ਦੇ ਵਿੱਚ। ਜੇਕਰ ਉਹਨਾਂ ਦੇ ਭਾਈਵਾਲ ਹੀ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਛੱਡ ਗਏ, ਤਾਂ ਹੁਣ ਜਿਹੜੇ JJP ਹੈਗੀ ਆ ਉਹ ਇਸ ਤਰ੍ਹਾਂ ਦੇ ਸੰਕੇਤ ਦੇ ਰਹੀ ਹੈ, ਕਿਸਾਨਾਂ ਦਾ ਸਮਰਥਨ ਕਰਕੇ ਸੰਕੇਤ ਦੇ ਰਹੀ ਹੈ। ਹੋ ਸਕਦਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਆਖਰੀ ਹੋਵੇ ਹਰਿਆਣਾ ਦੀ ਸਰਕਾਰ ਦੇ ਵਿੱਚ। ਬਿਲਕੁਲ, ਤੁਸੀਂ ਦੇਖੋਗੇ ਕਿ JJP ਦਾ ਕਿਉਂਕਿ ਜਿਹੜਾ ਵੋਟ ਬੈਂਕ ਹੈ ਉਹ ਸਿਰਫ ਤੇ ਸਿਰਫ ਜ਼ਿਆਦਾਤਰ ਤੁਸੀਂ ਦੇਖੋਗੇ ਕਿਸਾਨ ਨੇ। ਜੇ ਉਹ ਕਿਸਾਨਾਂ ਨੂੰ ਛੱਡਦੀ ਹੈ ਤਾਂ ਲਾਜ਼ਮੀ ਤੌਰ 'ਤੇ ਉਹਨਾਂ ਨੂੰ ਬਹੁਤ ਵੱਡੀ ਸੱਟ ਵੱਜਦੀ ਹੈ। ਔਰ JJP ਦੇ ਉੱਤੇ ਜਦੋਂ ਤੋਂ ਇਹ ਕਿਸਾਨ ਮੋਰਚਾ ਜਾਂ ਕਿਸਾਨ ਸੰਘਰਸ਼ ਸ਼ੁਰੂ ਹੋਇਆ, ਬਹੁਤ ਵੱਡਾ ਪ੍ਰੈਸ਼ਰ ਹੈ। ਲਗਾਤਾਰ ਲੋਕ ਜਿਹੜੇ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਠੱਗਾਂ ਦਾ, ਇਹਨਾਂ ਚੋਰਾਂ ਦਾ, ਇਹਨਾਂ ਜਿਹੜੇ ਸੀ ਇਹਨਾਂ ਗੁੰਡਿਆਂ ਦਾ ਸਾਥ ਛੱਡੋ। ਇਹਨਾਂ ਜਿਹੜੇ ਕਾਲੇ ਕਾਨੂੰਨ ਜਿਹੜੇ ਸੀਗੇ, ਆਪਾਂ ਨੂੰ ਪਤਾ ਹੀ ਹੈ ਕਿ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਕਿਵੇਂ ਲਿਆਂਦੇ ਨੇ, ਔਰ ਕਰੋਨਾ ਦਾ ਜਿਹੜਾ ਸੀਗਾ ਉਹਦੇ ਸਹਾਰਾ ਲੈ ਕੇ ਇਹ ਚੀਜ਼ਾਂ ਪਾਸ ਕੀਤੀਆਂ ਗਈਆਂ। ਸੋ ਤੁਸੀਂ ਦੇਖੋਗੇ ਕਿ JJP ਜਿਹੜੀ ਹੈਗੀ ਆ, ਜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਤੁਸੀਂ ਦੇਖੋਗੇ ਜੇ ਉਹ ਆਪਣੇ
ਪੈਰ ਪਿੱਛੇ ਖਿੱਚੇਗੀ, ਹੱਥ ਜਿਹੜਾ ਹੈ ਕਿ ਉਹਨਾਂ ਨੂੰ ਕਹੇਗੀ ਕਿ ਅਸੀਂ ਤੁਹਾਡੇ ਨਾਲ ਨਹੀਂ ਖੜਾਂਗੇ, ਤਾਂ ਲਾਜ਼ਮੀ ਤੌਰ ਤੇ ਕਿਸਾਨ ਜਿਹੜਾ ਹੈਗਾ ਇਹ ਕਿਸਾਨ ਮੋਰਚਾ ਜਿੱਤੇਗਾ। ਔਰ ਬੀਜੇਪੀ ਜੇ ਹਰਿਆਣੇ 'ਚ ਡਿੱਗਦੀ ਹੈ ਇਹ ਸਰਕਾਰ, ਤਾਂ ਲਾਜ਼ਮੀ ਤੌਰ ਤੇ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਵੀ ਬਹੁਤ ਜ਼ਿਆਦਾ ਦਿਨ ਨਹੀਂ ਚੱਲੇਗੀ ਔਰ ਇਹਦਾ ਪ੍ਰੈਸ਼ਰ ਸੈਂਟਰ ਤੇ ਵੀ ਆਏਗਾ। ਇਹ ਤਾਂ ਜਿਹੜੇ ਇਹਨਾਂ ਦੇ ਭਾਈਵਾਲ ਸੀ ਉਹ ਹੈ, ਤਾਂ ਜਿਹੜੇ ਖਾਸ ਤੌਰ ਤੇ ਇਹ ਉਹਨਾਂ ਨੂੰ ਵਰਤਦੇ ਆ, ਚਾਹੇ ਉਹ ਪੁਲਿਸ ਹੋਵੇ, ਚਾਹੇ ਫੌਜ ਹੋਵੇ, ਚਾਹੇ ਉਹ ਆਪਣੀਆਂ ਏਜੰਸੀਆਂ ਹੋਣ। ਉਹਨਾਂ ਦੇ ਵਿੱਚੋਂ ਇੱਕ ਪੁਲਿਸ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਉਹ ਇੱਕ IG ਰੈਂਕ ਦਾ ਅਧਿਕਾਰੀ ਹੈਗਾ ਜਿਹੜਾ ਇਹ ਗੱਲ ਕਹਿ ਰਿਹਾ ਕਿ ਵੀਡੀਓ ਦੇ ਵਿੱਚ ਕਿ ਜੇਕਰ ਇਹਨਾਂ ਦੇ ਨਾਲ ਅਸੀਂ ਪਿਆਰ ਦੇ ਨਾਲ ਪੇਸ਼ ਨਾ ਆਏ ਤਾਂ ਇਹ ਸਾਡੇ ਉੱਪਰ ਦੀ ਲੰਘ ਜਾਣਗੇ। ਕਿਸਾਨਾਂ ਬਾਰੇ ਉਹ ਗੱਲ ਕਹਿ ਰਹੇ ਨੇ, ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਨਾਅਰੇ ਵੀ ਲਾਉਣੇ ਸ਼ੁਰੂ ਕਰ ਦਿੱਤੇ ਆ, ਜੈ ਜਵਾਨ ਜੈ ਕਿਸਾਨ ਦੇ। ਕਿਤੇ ਨਾ ਕਿਤੇ ਪੁਲਿਸ ਵੀ ਹੁਣ ਹਥਿਆਰ ਸੁੱਟ ਕੇ ਕਿਸਾਨਾਂ ਦੇ ਨਾਲ ਖੜਦੀ ਹੋਈ ਨਜ਼ਰ ਆ ਰਹੀ ਹੈ। ਬਿਲਕੁਲ ਦੇਖੋਗੇ ਤੁਸੀਂ ਕਿ ਬੀਜੇਪੀ ਜਦੋਂ ਤੋਂ ਆਪਾਂ ਇਹ ਸੰਘਰਸ਼ ਦੇਖ ਰਹੇ ਹਾਂ, ਬੀਜੇਪੀ ਨੂੰ ਲੱਗਦਾ ਕਿ ਸ਼ਾਇਦ ਇਹ ਸੰਘਰਸ਼ ਜਿਹੜਾ ਹੈਗਾ ਕੁਝ ਪਹਿਲਾਂ ਤਾਂ ਉਹ ਕਹਿੰਦੇ ਸੀ ਸ਼ਾਇਦ ਇਹ ਨਕਸਲਾਈਟਾਂ ਜਾਂ ਖਾਲਿਸਤਾਨੀਆਂ ਦਾ, ਫਿਰ ਕਹਿਣ ਲੱਗੇ ਕਿ ਪੰਜਾਬ ਦਾ, ਫਿਰ ਇਹ ਕਹਿਣ ਲੱਗੇ ਕਿ ਪੰਜਾਬ ਤੇ ਹਰਿਆਣੇ ਦਾ। ਹੁਣ ਇਹ ਕਿਉਂਕਿ ਯੂਪੀ ਵੀ ਨਾਲ ਆ ਗਿਆ, ਹੁਣ ਯੂਪੀ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਬਾਕੀ ਕਿਸਾਨ, ਕਿਉਂਕਿ ਇਸ ਵੇਲੇ ਲਗਭਗ 70-80% ਜਿਹੜੇ ਲੋਕ ਨੇ ਹਿੰਦੁਸਤਾਨ ਦੇ ਉਹ ਕਿਸਾਨੀ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਹੋਏ ਨੇ। ਜੇ 70-80% ਲੋਕ ਕਿਸਾਨਾਂ ਦੇ ਨਾਲ ਆ ਗਏ ਤਾਂ ਲਾਜ਼ਮੀ ਤੌਰ ਤੇ ਇਹ ਬੀਜੇਪੀ ਲਈ ਬਹੁਤ ਸੰਕਟ ਦੀ ਘੜੀ ਹੈ ਔਰ ਉਹ ਇਸ ਗੱਲ ਨੂੰ ਸਮਝ ਨਹੀਂ ਰਹੇ। ਜਿੰਨੀ ਛੇਤੀ ਸਮਝਣਾ ਜਾਣਗੇ ਚੰਗੇ ਰਹਿਣਗੇ। ਜੇ ਪੁਲਿਸ ਇਸ ਗੱਲ ਨੂੰ ਸਮਝ ਰਹੀ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ IG ਨੇ ਜਾਂ ਹੋਰ ਇਹ ਸਿਆਣੇ ਲੋਕ ਹੁੰਦੇ ਨੇ, ਸਮਝਦਾਰ ਲੋਕ ਹੁੰਦੇ ਨੇ, ਇਹ ਬਹੁਤ ਉਹ ਚੀਜ਼ਾਂ 'ਚ ਪੜ੍ਹੇ ਲਿਖੇ, ਹਾਂ, ਸਰਕਾਰ ਨੂੰ ਚਲਾਉਣ ਵਾਲੇ ਨੇ, ਉਹ ਚੀਜ਼ਾਂ ਨੂੰ ਗਰਾਊਂਡ ਰਿਐਲਿਟੀ ਨੂੰ ਸਮਝ ਰਹੇ ਨੇ। ਸੋ ਇਸ ਕਰਕੇ ਇਹ ਮੈਨੂੰ ਲੱਗਦਾ ਕਿ ਚੰਗੀ ਗੱਲ ਹੈ ਕਿ IG ਸਾਹਿਬ ਜੇ ਇਹ ਗੱਲ, ਜਾਂ ਈਵਨ ਕੋਈ ਵੀ ਪੁਲਿਸ ਹੈ, ਚਾਹੇ ਦਿੱਲੀ ਪੁਲਿਸ ਹੈ, ਚਾਹੇ ਹਰਿਆਣੇ ਦੀ ਪੁਲਿਸ ਹੈ, ਜੇ ਉਹ ਕਿਸਾਨਾਂ ਦਾ ਸਾਥ ਦੇ ਰਹੀ ਹੈ, ਕਿਸਾਨਾਂ ਦੇ ਨਾਲ ਜੇ ਉਹ ਚੱਲ ਰਹੀ ਹੈ, ਤਾਂ ਇਹਦੇ ਨਾਲ ਚੰਗੀ ਗੱਲ ਹੋਏਗੀ ਕਿਉਂਕਿ ਕਿਸਾਨ ਵੀ ਤਾਂ ਜੇ ਆਪਾਂ ਕਹਿੰਦੇ ਹਾਂ ਕਿ ਅੰਨਦਾਤਾ ਹੈ, ਕਿਸਾਨ ਦੀ ਰੋਟੀ ਦੇ ਨਾਲ ਹੀ ਸਾਡਾ ਸਾਰਿਆਂ ਦਾ ਪੇਟ ਪਲਦਾ ਹੈ। ਸੋ ਇਸ ਕਰਕੇ ਜੇ ਕਿਸਾਨਾਂ ਦੇ ਉੱਤੇ ਉਹਨਾਂ ਨੂੰ ਕਹਿ ਦਿੱਤਾ ਜਾਏਗਾ ਕਿ ਇਹਨਾਂ ਤੇ ਗੋਲੀ ਚਲਾਓ ਜਾਂ ਇਹਨਾਂ ਦੇ ਟੈਂਟ ਪੱਟੋ ਜਾਂ ਇਹਨਾਂ ਦੇ ਸੰਘਰਸ਼ ਨੂੰ ਖਤਮ ਕਰੋ, ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਦਿਲ ਵੀ ਦੁਖੇਗਾ। ਸੋ ਜੇ ਪੁਲਿਸ ਸਾਹਿਬਾਨ ਜਾਂ ਹੋਰ ਵੀ ਜਿਹੜੇ ਲੋਕ ਨੇ, ਬਾਕੀ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਆ ਰਹੇ ਨੇ, ਤਾਂ ਇੱਕ ਇਹ ਸ਼ੁਭ ਸ਼ਗਨ ਮੰਨਣਾ ਚਾਹੀਦਾ ਹੈ ਜੀ। ਤਾਂ ਜਿਸ ਤਰੀਕੇ ਦੇ ਨਾਲ ਅੱਜ ਸੰਸਦ ਦੇ ਵਿੱਚ ਜੋ ਕੁਝ ਹੋਇਆ, ਪਹਿਲਾਂ ਤਾਂ ਰਾਸ਼ਟਰਪਤੀ ਦੇ ਭਾਸ਼ਣ ਨੂੰ ਤੁਸੀਂ ਕਿਵੇਂ ਦੇਖਦੇ ਹੋ, ਤੇ ਫਿਰ ਜਿਹੜਾ ਭਗਵੰਤ ਮਾਨ ਦੇ ਵੱਲੋਂ ਖਾਸ ਤੌਰ ਤੇ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ, ਸਰਕਾਰ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਜੀ। ਦੇਖੋ ਜਿਹੜਾ ਅੱਜ ਦਾ ਜਿਹੜਾ ਪਹਿਲਾ ਸੈਸ਼ਨ ਹੁੰਦਾ ਹੈ ਉਹ ਸਾਰਾ ਸਰਕਾਰ ਦੀ ਜਿਹੜੀ ਸਕ੍ਰਿਪਟ ਹੁੰਦੀ ਆ ਉਹ ਲਿਖੀ ਗਈ ਹੁੰਦੀ ਹੈ ਔਰ ਰਾਸ਼ਟਰਪਤੀ ਨੇ ਉਹ ਪੜ੍ਹਨੀ ਹੁੰਦੀ ਹੈ। ਆਪਾਂ ਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੈ ਉਹ ਇਹ ਦੱਸਣਾ ਚਾਹੁੰਦੀ ਹੈ ਕਿ ਲੋਕਾਂ ਨੂੰ ਕਿ ਇਹ ਜਿਹੜੇ ਬਿੱਲ ਨੇ ਇਹ ਬਹੁਤ ਹੀ ਜਿਹੜੇ ਨੇ ਲਾਹੇਵੰਦ ਹੋਣਗੇ ਕਿਸਾਨਾਂ ਦੇ ਲਈ, ਉਹਨਾਂ ਨੇ ਇਹੀ ਕਿਹਾ। ਔਰ ਦੂਜੀ ਗੱਲ, ਉਹਨਾਂ ਨੇ ਜਾਣਬੁੱਝ ਕੇ ਜਿਹੜੀ ਆਪ ਹੀ ਉਹ ਸਰਕਾਰ ਨੇ ਕਰਵਾਈ ਸੀਗੀ, ਆਪ ਹੀ ਸਰਕਾਰ ਬੀਜੇਪੀ ਨੇ ਉਹ ਸਾਰੀ ਸਕ੍ਰਿਪਟ ਲਿਖ ਕੇ ਜਿਹੜਾ ਸੀਗਾ ਉਹ ਸਾਰਾ ਲਾਲ ਕਿਲੇ ਵਾਲੀ ਘਟਨਾ ਜਿਹੜਾ ਸੀਗਾ ਉਹਨੂੰ ਅੰਜਾਮ ਦਿੱਤਾ। ਔਰ ਹੁਣ ਉਹ ਜਾਣਬੁੱਝ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹੈ ਕਿ ਉੱਥੇ ਤਾਂ ਬਹੁਤ ਮਾੜੀ ਗੱਲ ਹੋਈ ਜੀ, ਜਦੋਂ ਕਿ ਜਿਹੜੇ ਕਿਸਾਨ ਸੀਗੇ, ਸੱਚੀ ਮੁੱਚੀ ਕਿਸਾਨ ਸੀਗੇ, ਉਹ ਸ਼ਾਂਤਮਈ ਸੰਘਰਸ਼ ਉਹਨਾਂ ਦਾ ਬਹੁਤ ਕਾਮਯਾਬ ਰਿਹਾ। ਇਸ ਲਈ ਮਤਲਬ ਉਹ ਚੀਜ਼ਾਂ ਗੋਦੀ ਮੀਡੀਆ ਦੁਆਰਾ ਨਹੀਂ ਦਿਖਾਈਆਂ ਗਈਆਂ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਬਾਕੀ ਜਿਹੜੀਆਂ ਜਥੇਬੰਦੀਆਂ ਸੀ ਜਾਂ ਜਿਹੜੀਆਂ ਵੱਖ-ਵੱਖ ਜਿਹੜੇ MP ਸੀਗੇ, ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਵਿਰੋਧੀ ਪਾਰਟੀਆਂ ਵਾਲਿਆਂ ਨੇ, ਇਹ ਇੱਕ ਚੰਗੀ ਗੱਲ ਹੈ। ਔਰ ਜਿੰਨਾ ਵਿਰੋਧੀ ਧਿਰ ਜ਼ਿਆਦਾ ਵਧੀਆ ਤਰੀਕੇ ਨਾਲ ਕਿਸਾਨਾਂ ਦੇ ਮੁੱਦੇ ਉੱਥੇ ਉਠਾਏਗੀ, ਉਨਾ ਹੀ ਕਿਸਾਨ ਦਾ ਵੀ ਭਲਾ ਹੈ। ਔਰ ਇਹ ਬਿੱਲ ਜਿਹੜੇ ਨੇ ਵਾਪਸ ਹੋਣ ਦੇ ਵਿੱਚ ਇੱਕ ਪ੍ਰੈਸ਼ਰ ਜਿਹੜਾ ਹੈਗਾ ਸੀਗਾ ਉਹਨਾਂ ਵੱਲੋਂ ਬਣਨਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਅਗਰੈਸਿਵ ਤਰੀਕੇ ਦੇ ਨਾਲ ਜਿਹੜੇ MP ਸਾਹਿਬਾਨ ਨੂੰ, ਜਾਂ ਤੁਸੀਂ ਭਗਵੰਤ ਮਾਨ ਹੋਰਾਂ ਦੀ ਗੱਲ ਕੀਤੀ ਹੈ, ਜਾਂ ਈਵਨ ਕਾਂਗਰਸ ਦੇ ਜਿਹੜੇ MP ਨੇ ਜਾਂ ਦੂਸਰੀਆਂ ਇਕੱਠੇ ਹੋ ਕੇ ਹੋਰ ਵੀ ਪ੍ਰੈਸ਼ਰ ਜਿਹੜਾ ਹੈਗਾ ਵੱਡੇ ਇਹਨੂੰ ਹੋਰ ਅਗਰੈਸਿਵ ਤਰੀਕੇ ਦੇ ਨਾਲ ਜਿਹੜਾ ਸੀਗਾ ਉਹ ਆਉਣਾ ਚਾਹੀਦਾ ਅੱਗੇ, ਔਰ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ। ਜਿੰਨਾ ਇਹ ਚੀਜ਼ ਉੱਥੇ ਰੌਲਾ ਪਏਗਾ, ਜਿੰਨਾ ਉਹ ਹੋਰ ਵਿਰੋਧ ਵਧੀਆ ਕਰਨਗੇ, ਉਨਾ ਹੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇਗਾ ਤੇ ਸਰਕਾਰ ਜਿਹੜੀ ਹੈਗੀ ਆ ਇਹ ਜਿਹੜੇ ਕਾਨੂੰਨ ਨੇ ਵਾਪਸ ਲੈਣ ਲਈ ਮਜਬੂਰ ਹੋਏਗੀ। ਇਹ ਵੀ ਖਬਰ ਸਾਹਮਣੇ ਆ ਰਹੀ ਹੈ, ਕਹਿੰਦੇ ਕਿ ਜਿਹੜੀ ਦਿੱਲੀ ਦੇ ਵਿੱਚ ਹਿੰਸਾ ਹੋਈ ਉਹਦੇ ਵਿੱਚ ਜਿਹੜੇ 6 ਲੋਕ ਨੇ ਉਹ ਪਛਾਣੇ ਜਾ ਚੁੱਕੇ ਨੇ, ਤੇ ਦੂਜੇ ਪਾਸੇ ਕਹਿੰਦੇ ਜਲੰਧਰ ਦੇ ਵਿੱਚ ਵੀ ਇੱਕ ਦਿੱਲੀ ਪੁਲਿਸ ਦੀ ਟੀਮ ਪਹੁੰਚੀ, ਉਹ ਵੀ ਚਰਚਾ ਦਾ ਵਿਸ਼ਾ। ਹਾਲਾਂਕਿ ਸਾਫ਼ ਨਹੀਂ ਹੋ ਸਕਿਆ ਕਿ ਜਲੰਧਰ ਦੇ ਵਿੱਚ ਪੁਲਿਸ ਕਿਉਂ ਪਹੁੰਚੀ ਹੈ, ਪਰ ਜਿਸ ਤਰੀਕੇ ਦੇ ਨਾਲ ਦਿੱਲੀ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਦਿੱਲੀ ਹਿੰਸਾ ਦੇ ਵਿੱਚ 6 ਲੋਕ ਪਛਾਣੇ ਗਏ ਨੇ, ਕਿਤੇ ਨਾ ਕਿਤੇ ਕੜੀ ਜੋੜਦੇ ਹੋਏ ਲੋਕ ਚਰਚਾਵਾਂ ਛੇੜ ਦਿੱਤੀ ਹੈ। ਇਸ ਦੇ ਵਿੱਚ ਕਿਵੇਂ ਦੇਖਦੇ ਹੋ? ਸੁਖਵਿੰਦਰ ਜੀ, ਦੇਖੋ ਕੱਲ੍ਹ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਵੀ ਕੱਲ੍ਹ ਜੋ ਤਰੀਕ ਸੀਗੀ 28 ਤਰੀਕ ਤੋਂ, ਜਦੋਂ
ਟਕੈਤ ਜੀ ਹੋਰਾਂ ਨੂੰ ਜਦੋਂ ਗ੍ਰਿਫਤਾਰ ਕਰਨ ਗਈ ਹੈ ਸਰਕਾਰ, ਔਰ ਜੋ ਉਹਨਾਂ ਨੇ ਹੰਝੂ ਵਹਾਏ ਨੇ, ਜੋ ਸਾਰਾ ਘਟਨਾਕ੍ਰਮ ਹੋਇਆ ਹੈ, ਇਹ ਪਹਿਲਾਂ ਜੇ ਕਰਦੀ ਤਾਂ ਇਹਦਾ ਲੋਕਾਂ ਦੇ ਉੱਤੇ ਪ੍ਰੈਸ਼ਰ ਪੈਣਾ ਸੀਗਾ, ਇਹਦਾ ਲੋਕਾਂ ਦੇ ਮਨ ਦੇ ਵਿੱਚ ਡਰ ਜਾਣਾ ਸੀਗਾ। ਪਰ ਅੱਜ ਦੀ ਡੇਟ 'ਚ ਅੱਜ ਜਿਹੜਾ ਜੋ ਵੀ ਐਕਸ਼ਨ ਕਰ ਰਹੀ ਹੈ, ਚਾਹੇ ਪੁਲਿਸ ਕਰ ਰਹੀ ਹੈ, ਚਾਹੇ ਸਰਕਾਰ ਕਰ ਰਹੀ ਹੈ, ਜਾਂ ਸਰਕਾਰ ਦੇ ਗੁੰਡੇ ਕਰ ਰਹੇ ਨੇ, ਇਹ ਅਲਟੀਮੇਟਲੀ ਮੈਂ ਕਿਹਾ ਕਿ ਆਪਣੇ ਜੋ ਉਹ ਚੱਕਰਵਿਊ ਬਣਾ ਰਹੀ ਹੈ ਗਵਰਨਮੈਂਟ ਜਿਹੜੀ ਹੈਗੀ ਹੈ, ਆਪਣੇ ਚੱਕਰਵਿਊ ਦੇ ਵਿੱਚ ਆਪ ਫਸ ਰਹੀ ਹੈ। ਸੋ ਲੋਕਾਂ ਨੂੰ ਪਤਾ ਹੈ ਕਿ ਸਾਰੀ ਸਕ੍ਰਿਪਟ ਲਿਖੀ ਗਈ, ਬਕਾਇਦਾ ਤੌਰ 'ਤੇ ਲੋਕਾਂ ਨੂੰ ਜਾਣਬੁੱਝ ਕੇ ਉੱਥੇ ਭੇਜਿਆ ਗਿਆ, ਕਿਉਂਕਿ ਲੋਕ ਤਾਂ ਵਿਚਾਰੇ ਅਣਜਾਣ ਨੇ, ਭੋਲੇ ਭਾਲੇ ਸੀਗੇ। ਸੋ ਉਹਨਾਂ ਭੋਲੇ ਭਾਲੇ ਲੋਕਾਂ ਤੋਂ ਇਹ ਸਾਰੀਆਂ ਚੀਜ਼ਾਂ ਕਰਵਾਈਆਂ ਗਈਆਂ। ਲੋਕ ਵੀ ਸਮਝ ਰਹੇ ਨੇ, ਔਰ ਬੇਸਿਕਲੀ ਜਿਹੜੀ ਛਾਤਰ ਜਿਹੜੀ ਸਰਕਾਰ ਹੈ ਉਹਨੂੰ ਵੀ ਪਤਾ ਹੈ। ਔਰ ਪਰ ਹੁਣ ਮੈਂ ਅਗਲੇ ਜਿਹੜੇ ਦਿਨਾਂ ਦੇ ਵਿੱਚ ਇਹ ਸੰਘਰਸ਼ ਜਾਏਗਾ, ਇਹਨਾਂ ਚੀਜ਼ਾਂ ਤੋਂ ਹੁਣ ਉੱਪਰ ਉੱਠ ਚੁੱਕਿਆ। ਇਹ ਸੰਘਰਸ਼ ਬਹੁਤ ਵੱਡਾ, ਪਹਿਲਾਂ ਨਾਲੋਂ ਮੈਂ ਫੇਰ ਕਹਿ ਰਿਹਾ ਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਇਹ ਵੱਡਾ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ। ਸੋ ਇਹ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਨੇ ਕਿ ਕਿਸੇ ਨੂੰ ਫੜ ਲਿਆ, ਕਿਸੇ ਨੂੰ ਗ੍ਰਿਫਤਾਰ ਕਰ ਲਿਆ, ਹੁਣ ਨਾ ਤਾਂ ਉਹਨਾਂ ਲੀਡਰਾਂ ਦਾ ਕੋਈ ਉੱਥੇ ਬਹੁਤਾ ਯੋਗਦਾਨ ਰਹਿਣਾ ਹੈ, ਨਾ ਹੀ ਹੁਣ ਕਿਸੇ ਨੂੰ ਫੜੀ ਜਾਣ, ਕਿਸੇ ਨੂੰ ਛੱਡੀ ਜਾਣ। ਹੁਣ ਇਹਨਾਂ ਨਾਲ ਕੋਈ ਬਹੁਤਾ ਇਸ ਸੰਘਰਸ਼ ਦੇ ਹੁਣ ਆਪ ਮੁਹਾਰੇ ਲੋਕ ਹੋਰ ਵੱਡੇ ਤਰੀਕੇ ਦੇ ਨਾਲ, ਹੋਰ ਜੋਸ਼ ਖਰੋਸ਼ ਦੇ ਨਾਲ ਆਉਣਗੇ ਔਰ ਇਸ ਸੰਘਰਸ਼ ਨੂੰ ਕਾਮਯਾਬ ਕਰਨਗੇ। ਲੋਕਾਂ ਦੇ ਸਰਕਾਰ ਪ੍ਰਤੀ ਹੋਰ ਵੱਧ ਗਿਆ। ਤਾਂ ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ, ਕਹਿੰਦੇ ਕਿ ਅੱਜ ਤੋਂ ਜਿਹੜੇ ਹੈਗਾ ਬੁਖਲਾਈ ਸਰਕਾਰ ਨੇ FCI ਦੇ ਗੋਦਾਮਾਂ ਦੇ ਉੱਪਰ ਵੀ CBI ਦੀ ਰੇਡ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਜੀ। ਦੇਖੋ, ਆਪਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਜਿੱਥੇ ਲਾਲ ਕਿਲ੍ਹਾ ਡਾਲਮੀ ਨੂੰ ਵੇਚਿਆ, ਔਰ ਸਾਡਾ ਜਿਹੜੇ ਵੱਡੇ ਸਾਡੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ ਉਹ ਕੌਡੀਆਂ ਦੇ ਭਾਅ ਜਿਹੜੀਆਂ ਹੈਗੀਆਂ ਕਾਰਪੋਰੇਟਸ ਨੂੰ ਵੇਚਤੀਆਂ, ਉੱਥੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ FCI ਨੂੰ ਵੀ ਖਤਮ ਕਰਨਾ ਚਾਹੁੰਦੀ ਹੈ। ਔਰ FCI ਉਹ ਸੰਸਥਾ ਹੈ ਜਿਹਨੇ, ਮੈਨੂੰ ਲੱਗਦਾ ਕਿ ਗ੍ਰੀਨ ਰੈਵੋਲੂਸ਼ਨ, ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੇ ਪੈਰ ਲਵਾਏ ਨੇ। ਉਹਨਾਂ ਨੇ ਪੰਜਾਬ ਦੇ ਵਿੱਚ ਅੱਜ ਜੇ ਆਪਾਂ ਕਹਿੰਦੇ ਹਾਂ ਕਿ MSP ਦੇ ਉੱਤੇ ਜਿਹੜੀ ਵੀ ਫਸਲ ਚੱਕੀ ਜਾਂਦੀ ਹੈ ਉਹ FCI ਗੋਦਾਮਾਂ ਦੇ ਵਿੱਚ ਹੁੰਦੀ ਹੈ। ਔਰ FCI ਬਹੁਤ ਵੱਡਾ ਅਦਾਰਾ ਹੈ। ਜੇ ਇਹ ਉਹਨੂੰ ਤੋੜਨਾ ਚਾਹੁੰਦੀ ਹੈ ਇਸ ਤਰੀਕੇ ਦੇ ਨਾਲ, ਤਾਂ ਲਾਜ਼ਮੀ ਤੌਰ 'ਤੇ ਕਾਰਪੋਰੇਟਸ ਦਾ ਹਿੱਤ ਪਾਲ ਰਹੀ ਹੈ, ਉਹਨਾਂ ਦੇ ਇਸ਼ਾਰੇ 'ਤੇ ਹੋ ਰਿਹਾ ਹੈ, ਕਾਰਪੋਰੇਟਸ ਦੇ ਅਡਾਨੀਆਂ ਤੇ ਅਬਾਨੀਆਂ ਦੇ ਇਸ਼ਾਰੇ 'ਤੇ ਉਹ ਕਰ ਰਹੀ ਹੈ। ਸੋ ਇਹ ਫਿਰ ਮੈਂ ਕਹਾਂਗਾ ਕਿ ਲੋਕਾਂ ਦਾ ਹੁਣ ਸੰਘਰਸ਼ ਹੈ, ਲੋਕ ਜਾਗ ਚੁੱਕੇ ਨੇ। ਅੱਜ ਪੰਜਾਬ ਦਾ ਨਹੀਂ, ਪੂਰੇ ਹਿੰਦੁਸਤਾਨ ਦਾ ਬੱਚਾ ਕਿਸਾਨਾਂ ਦਾ ਔਰ ਬਾਕੀ ਜਿਹੜੇ ਆਮ ਲੋਕ ਨੇ ਉਹ ਮੋਦੀ ਸਰਕਾਰ ਦੀਆਂ ਇਹ ਕੁਚਾਲਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਸਮਝ ਰਿਹਾ ਔਰ ਇਹਨਾਂ ਦਾ ਪਰਦਾਫਾਸ਼ ਕਰੇਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਰਕਾਰ ਜਿਹੜੀ ਹੈਗੀ ਹੈ ਮੁੱਦੇ ਮੂੰਹ ਗਿਰੇਗੀ। ਤੁਸੀਂ ਇਹ ਦੇਖ ਲੈਣਾ ਜੀ। ਗੱਲਬਾਤ ਕਰਨ ਲਈ ਡਾਕਟਰ ਸਾਹਿਬ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਉਮੀਦ ਕਰਦਾ ਕਿ ਆਓ ਆਪਾਂ ਸਾਰੇ ਮਿਲ ਕੇ ਕਿਸਾਨ ਸੰਘਰਸ਼ ਜਿਹੜਾ ਹੈਗਾ, ਕਿਸਾਨ ਜਿਹੜਾ ਹੈਗਾ ਪਿਛਲੇ ਲੰਮੇ ਸਮੇਂ ਤੋਂ ਉੱਥੇ ਬੈਠਾ ਹੈ ਔਰ ਇੰਨੀਆਂ ਠੰਡੀਆਂ ਰਾਤਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ, ਸਾਡੇ ਲਗਭਗ 150-200 ਜਿਹੜੇ ਕਿਸਾਨ ਉਹ ਸ਼ਹੀਦ ਹੋਏ ਨੇ, ਅਸੀਂ ਉਹਨਾਂ ਦਾ ਸਾਥ ਦਈਏ ਔਰ ਉਹਨਾਂ ਨੂੰ ਇਸ ਕਿਸਾਨ ਸੰਘਰਸ਼ ਨੂੰ ਕਾਮਯਾਬ ਕਰਨ ਦੇ ਵਿੱਚ ਔਰ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਕਰਾਉਣ ਦੇ ਵਿੱਚ ਅਸੀਂ ਕੋਈ ਨਾ ਕੋਈ ਆਪਣਾ ਯੋਗਦਾਨ ਜ਼ਰੂਰ ਪਾਈਏ। ਬਹੁਤ ਬਹੁਤ ਮਿਹਰਬਾਨੀ। ਇਸ ਸਨ ਡਾਕਟਰ ਭੀਮਿੰਦਰ ਜੀ, ਜਿਨ੍ਹਾਂ ਨੇ ਅੱਜ ਦੀਆਂ ਕੁਝ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਦੇ ਵੱਲੋਂ ਦਿੱਤੇ ਗਏ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।